ਡੀਅਰ ਸਟੂਡੈਂਟਸ, ਅੱਜ ਆਪਾਂ ਇਹ ਗੱਲ ਕਰਦੇ ਹਾਂ ਕਿ ਕਿਸੇ ਵੀ ਲੈਂਗੁਏਜ ਨੂੰ ਸਿੱਖਣ ਦੇ ਲਈ 4 ਸਕਿੱਲਸ ਦਾ ਹੋਣਾ ਬਹੁਤ ਜ਼ਰੂਰੀ ਹੈ। ਨੰਬਰ 1 ਲਿਸਨਿੰਗ, ਨੰਬਰ 2 ਸਪੀਕਿੰਗ, ਨੰਬਰ 3 ਰੀਡਿੰਗ ਤੇ ਨੰਬਰ 4 ਰਾਈਟਿੰਗ। ਆਪਾਂ ਦੇਖਦੇ ਹਾਂ ਬੱਚਾ ਜਨਮ ਲੈਂਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਲਿਸਨਿੰਗ ਕਰਦਾ ਹੈ। ਆਪਾਂ ਜੋ ਬੋਲਦੇ ਹਾਂ ਤਾਂ ਉਸ ਨੂੰ ਉਹ ਸੁਣਦਾ ਹੈ ਤੇ ਫਿਰ ਹੌਲੀ ਹੌਲੀ ਜੋ ਉਹ ਸੁਣਦਾ ਹੈ ਤਾਂ ਆਪਾਂ ਨੂੰ ਉਹ ਜਵਾਬ ਦੇਣਾ ਸ਼ੁਰੂ ਕਰਦਾ ਹੈ, ਉਹ ਬੋਲਣਾ ਸ਼ੁਰੂ ਕਰਦਾ ਹੈ। ਤੀਸਰੀ ਸਕਿੱਲ ਹੈ ਰੀਡਿੰਗ। ਫਿਰ ਬੱਚਾ ਰੀਡ ਕਰਨਾ ਸ਼ੁਰੂ ਕਰਦਾ ਹੈ ਤੇ ਉਸ ਤੋਂ ਬਾਅਦ ਲਾਸਟ ਵਿੱਚ ਉਹ ਲਿਖਣਾ ਸ਼ੁਰੂ ਕਰਦਾ ਹੈ। ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰ ਰਹੇ ਹਾਂ ਤੀਸਰੀ ਸਕਿੱਲ ਰੀਡਿੰਗ ਬਾਰੇ। ਰੀਡਿੰਗ ਸਿੱਖਣ ਦੇ ਲਈ ਅਨਸੀਨ ਕੰਪਰੀਹੈਂਸ਼ਨ ਦਾ ਯੂਜ਼ ਕੀਤਾ ਜਾਂਦਾ ਹੈ। ਇਸ ਦਾ ਮੀਨਿੰਗ ਹੀ ਇਹ ਹੈ ਕਿ ਕਿਸੇ ਪੈਸੇਜ ਨੂੰ ਰੀਡ ਕਰਕੇ ਅੱਛੀ ਤਰ੍ਹਾਂ ਸਮਝਣਾ, ਮਤਲਬ ਰੀਡਿੰਗ ਏ ਟੈਕਸਟ ਵਿਦ ਅੰਡਰਸਟੈਂਡਿੰਗ ਦੇ ਨਾਲ ਅਸੀਂ ਉਸ ਪੈਸੇਜ ਨੂੰ, ਉਸ ਟੈਕਸਟ ਨੂੰ ਪੜ੍ਹਨਾ। ਜਦੋਂ ਇਸ ਟੈਕਸਟ ਨੂੰ ਪੜ੍ਹਿਆ ਜਾਂਦਾ ਹੈ ਤਾਂ ਰੀਡਰ ਵਿੱਚ ਤੇ ਰਾਈਟਰ ਦੇ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ ਇੱਕ ਗੱਲਬਾਤ ਹੋ ਰਹੀ ਹੈ। ਦੇਖਦੇ ਹਾਂ ਕਿ ਅਨਸੀਨ ਕੰਪਰੀਹੈਂਸ਼ਨ ਨੂੰ ਸੋਲਵ ਕਰਨ ਦੇ ਲਈ ਕਿਹੜੇ-ਕਿਹੜੇ ਸਟੈਪਸ ਫਾਲੋ ਕੀਤੇ ਜਾਂਦੇ ਹੈ। ਨੰਬਰ 1, ਫਸਟ ਆਫ ਆਲ ਰੀਡ ਕੁਐਸਚਨਸ। ਕਈ ਵਿਦਿਆਰਥੀ ਪੈਸੇਜ ਪਹਿਲਾਂ ਪੜ੍ਹਦੇ ਹੈ, ਉਸ ਤੋਂ ਬਾਅਦ ਕੁਐਸਚਨਸ ਰੀਡ ਕਰਦੇ ਹੈ। ਪਰ ਜਦੋਂ ਅਸੀਂ ਆਇਲਸ ਵਗੈਰਾ ਦਾ ਪੇਪਰ ਦੇਣਾ ਹੁੰਦਾ ਹੈ ਜਾਂ ਸਾਡੇ ਕੋਲੇ ਟਾਈਮ ਦੀ ਸ਼ਾਰਟੇਜ ਹੁੰਦੀ ਹੈ, ਮਿਨੀਮਮ ਟਾਈਮ 'ਚ ਕੁਐਸਚਨ ਸੋਲਵ ਕਰਨ ਦੇ ਲਈ ਸਾਨੂੰ ਬੈਟਰ ਇਹ ਹੈ ਕਿ ਅਗਰ ਆਪਾਂ ਕੁਐਸਚਨ ਪਹਿਲਾਂ ਪੜ੍ਹ ਲਈਏ ਤੇ ਉਸ ਤੋਂ ਬਾਅਦ ਆਪਾਂ ਕੰਪਰੀਹੈਂਸ਼ਨ ਪੜ੍ਹੀਏ ਤਾਂ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ ਹੈ। ਕੁਐਸਚਨ ਪੜ੍ਹਨ ਦੇ ਨਾਲ ਇਹ ਹੁੰਦਾ ਹੈ ਵੀ ਜਦੋਂ ਅਸੀਂ ਪੈਰਾ ਪੜ੍ਹਦੇ ਹਾਂ ਤਾਂ ਸਾਡਾ ਧਿਆਨ ਉੱਧਰ ਰਹਿੰਦਾ ਹੈ। ਇਹ ਠੀਕ ਹੈ, ਭਾਵੇਂ ਸਾਨੂੰ ਸਾਰੇ ਕੁਐਸਚਨ ਯਾਦ ਨਹੀਂ ਰਹਿੰਦੇ ਪਰ ਕਾਫੀ ਜ਼ਿਆਦਾ ਸਾਡੀ ਹੈਲਪ ਹੋ ਜਾਂਦੀ ਹੈ ਅਗਰ ਆਪਾਂ ਕੁਐਸਚਨ ਪਹਿਲਾਂ ਪੜ੍ਹ ਲਈਏ ਤਾਂ। ਉਸ ਤੋਂ ਬਾਅਦ ਰੀਡ ਦ ਪੈਸੇਜ ਫॉर ਡਿਟੇਲਸ। ਕੁਐਸਚਨ ਪੜ੍ਹਨ ਤੋਂ ਬਾਅਦ ਪੈਰੇ ਨੂੰ ਅੱਛੀ ਤਰ੍ਹਾਂ ਆਪਾਂ ਪੜ੍ਹਨਾ ਡਿਟੇਲ 'ਚ। ਨੰਬਰ 3, ਜਦੋਂ ਆਪਾਂ ਰੀਡਿੰਗ ਕਰਨੀ ਹੈ ਤਾਂ ਇੱਕ ਵਰਡ ਪੜ੍ਹਨ ਦੀ ਜਗ੍ਹਾ 'ਤੇ ਸਾਨੂੰ ਰੀਡ ਇਨ ਫਰੇਜ਼ਸ ਦੇ ਵਿੱਚ ਪੜ੍ਹਨਾ ਚਾਹੀਦਾ ਹੈ। ਨੈਕਸਟ ਹੈ try to get sense of the unknown words in relation to the neighboring words। ਕਈ ਜਦੋਂ ਅਸੀਂ ਪੈਸੇਜ ਨੂੰ ਪੜ੍ਹਦੇ ਹਾਂ ਤਾਂ ਕਈ ਵਰਡਸ ਇਸ ਤਰ੍ਹਾਂ ਦੇ ਹੁੰਦੇ ਹੈ ਜਿਹੜੇ ਅਨਨੋਨ ਹੁੰਦੇ ਆ, ਜਿਨ੍ਹਾਂ ਦੇ ਸਾਨੂੰ ਮੀਨਿੰਗ ਨਹੀਂ ਪਤਾ ਹੁੰਦੇ। ਤਾਂ ਅਸੀਂ ਇਹ ਕੋਸ਼ਿਸ਼ ਕਰਨੀ ਹੁੰਦੀ ਹੈ ਕਿ ਜਿਹੜੇ ਉਹਦੇ ਨਾਲ ਦੇ ਵਰਡਸ ਹੈ ਉਹਨਾਂ ਦੇ ਅਕੋਰਡਿੰਗਲੀ ਉਸ ਲਾਈਨ ਦਾ ਮੀਨਿੰਗ ਕੀ ਬਣ ਰਿਹਾ ਹੈ। ਅੱਛੀ ਤਰ੍ਹਾਂ ਪੜ੍ਹਨ ਤੋਂ ਬਾਅਦ ਅਗਲੀ ਵਾਰੀ ਸਾਡੀ ਆਉਂਦੀ ਹੈਗੀ ਹੈ ਆਨਸਰਸ ਲਿਖਣ ਦੀ। ਜਦੋਂ ਅਸੀਂ ਆਨਸਰਸ ਲਿਖਣੇ ਹੈ ਤਾਂ ਅਸੀਂ ਕੋਸ਼ਿਸ਼ ਕਰਨੀ ਹੈ ਕਿ ਕੰਪਲੀਟ ਸੈਂਟੈਂਸ ਲਿਖਿਆ ਜਾਵੇ। ਤੇ ਦੂਸਰਾ ਇਹ ਹੈ ਕਿ ਜਿਹੜਾ ਆਪਾਂ ਸੈਂਟੈਂਸ ਲਿਖਣਾ ਹੈ ਉਹ ਉਸੇ ਹੀ ਟੈਂਸ ਵਿੱਚ ਲਿਖਿਆ ਜਾਵੇ ਜਿਹੜੇ ਟੈਂਸ ਦੇ ਵਿੱਚ ਕੁਐਸਚਨਸ ਹੈਗੇ ਆ। ਜੇ ਕੁਐਸਚਨ ਪ੍ਰੈਜ਼ੈਂਟ ਵਿੱਚ ਹੈ ਤਾਂ ਆਨਸਰ ਵੀ ਪ੍ਰੈਜ਼ੈਂਟ ਵਿੱਚ, ਪਾਸਟ ਵਿੱਚ ਹੈ ਤਾਂ ਪਾਸਟ ਵਿੱਚ, ਫਿਊਚਰ ਵਿੱਚ ਹੈ ਤਾਂ ਫਿਊਚਰ 'ਚ, ਜੋ ਵੀ ਹੈ ਸੇਮ ਟੈਂਸ ਵਿੱਚ ਲਿਖਣੇ ਹੈ। ਨੈਕਸਟ ਹੈ ਆਨਸਰਸ ਆਪਾਂ ਜਿਹੜੇ ਦੇਣੇ ਹੈ ਉਹ ਸੇਮ ਪਾਰਟ ਆਫ ਸਪੀਚ ਵਿੱਚ ਦੇਣੇ ਹੈ। ਮਤਲਬ ਜੇ ਵਰਡ ਮੀਨਿੰਗ ਵਗੈਰਾ ਦੇ ਵਿੱਚ ਜਦੋਂ ਅਸੀਂ ਮੈਚ ਕਰਦੇ ਹਾਂ ਤਾਂ ਬੜੀ ਲੋੜ ਪੈਂਦੀ ਹੈ ਇਹਨਾਂ ਦੀ। ਨਾਊਨ ਦਾ ਆਨਸਰ ਨਾਊਨ ਦੇਣਾ ਹੈ, ਵਰਬ ਦਾ ਆਨਸਰ ਵਰਬ ਦੇਣਾ ਹੈ, ਐਡਵਰਬ ਦਾ ਆਨਸਰ ਐਡਵਰਬ ਦੇਣਾ ਹੈ ਤੇ ਐਡਜੈਕਟਿਵ ਦਾ ਆਨਸਰ ਐਡਜੈਕਟਿਵ ਦੇਣਾ ਹੈ। ਨੈਕਸਟ ਹੈ ਜੀ, ਜੋ ਆਪਾਂ ਆਨਸਰ ਦੇਣਾ ਹੈ ਉਹ ਟੂ ਦਾ ਪੁਆਇੰਟ ਹੀ ਦੇਣਾ ਹੈ। ਇਹ ਨਹੀਂ ਹੈ ਕਿ ਅਸੀਂ ਪੈਸੇਜ ਦੇ ਵਿੱਚੋਂ ਪੂਰੀ ਲਾਈਨ ਉਠਾਈ ਤੇ ਉਸੇ ਨੂੰ ਕਾਪੀ ਪੇਸਟ ਕਰ ਦਈਏ, ਇਸ ਤਰ੍ਹਾਂ ਨਹੀਂ ਕਰਨਾ। ਤੇ ਸਭ ਤੋਂ ਜ਼ਿਆਦਾ ਲਾਸਟ ਤੇ ਜਦੋਂ ਅਸੀਂ ਆਨਸਰ ਲਿਖ ਲੈਂਦੇ ਹਾਂ ਤਾਂ ਆਪਣਾ ਜਿਹੜੇ ਲਿਖੇ ਹੋਏ ਆਨਸਰ ਅਸੀਂ ਉਹਨਾਂ ਨੂੰ ਚੈੱਕ ਕਰਨਾ ਹੈ ਕਿ ਉਹਨਾਂ ਦੀਆਂ ਗ੍ਰਾਮਰ ਦੀਆਂ ਕੋਈ ਮਿਸਟੇਕਸ ਤਾਂ ਨਹੀਂ ਹੈ ਜਾਂ ਕੋਈ ਸਪੈਲਿੰਗ ਮਿਸਟੇਕ ਤਾਂ ਨਹੀਂ ਹੈ। ਤੇ ਹੁਣ ਆਪਾਂ ਡਿਸਕਸ ਕਰਦੇ ਹਾਂ ਇੱਕ ਐਗਜ਼ਾਮਪਲ, ਇੱਕ ਪੈਸੇਜ ਲਵਾਂਗੇ, ਉਹਨੂੰ ਰੀਡ ਕਰਾਂਗੇ ਤੇ ਉਹਨਾਂ ਦੇ ਆਨਸਰਸ ਲਿਖਾਂਗੇ। ਤੇ ਹੁਣ ਐਗਜ਼ਾਮਪਲ ਦੇ ਲਈ ਮੈਂ ਮਾਡਲ ਟੈਸਟ ਪੇਪਰ ਲਿਆ ਕਲਾਸ +1 ਦਾ। ਤੇ ਚਲੋ ਆਪਾਂ ਹੁਣ ਸਭ ਤੋਂ ਪਹਿਲਾਂ ਇਸ ਦੇ ਕੁਐਸਚਨਸ ਰੀਡ ਕਰਦੇ ਹਾਂ। ਔਨ ਦਾ ਬੇਸਿਸ ਆਫ ਦਾ ਰੀਡਿੰਗ ਆਫ ਅਬਵ ਪੈਸੇਜ ਆਨਸਰ ਦਾ ਕੁਐਸਚਨਸ 1 to 10। ਡੈਸ਼ ਸਰਟਨਲੀ ਰਿਡਿਊਸਿਸ ਦਾ ਏਰੀਆ ਆਫ ਫੋਰੈਸਟਸ ਅਰਾਊਂਡ ਦਾ ਵਰਲਡ। ਕਿਹੜੀ ਚੀਜ਼ ਹੈ ਜਿਹੜੀ ਕਿ ਜੰਗਲਾਂ ਦੇ ਏਰੀਏ ਨੂੰ ਰਿਡਿਊਸ ਕਰਦੀ ਹੈ। ਨੈਕਸਟ ਹੈ ਡੈਸ਼ ਇਜ਼ ਦਾ ਬਿਗੇਸਟ ਡੇਂਜਰ ਟੂ ਦਾ ਇਨਵਾਇਰਮੈਂਟ ਨੂੰ ਸਭ ਤੋਂ ਵੱਡਾ ਖਤਰਾ ਕਿਸ ਚੀਜ਼ ਦਾ। 4 ਆਪਸ਼ਨਸ ਦਿੱਤੀਆਂ, ਸਮੋਕ ਹੈ, ਪੋਲਿਊਸ਼ਨ, ਹਾਰਮਫੁਲ ਗੈਸਿਸ ਔਰ ਡਸਟ। ਆਪਾਂ ਪੈਸੇਜ ਪੜ੍ਹ ਕੇ ਦੇਖਦੇ ਹਾਂ। ਨੈਕਸਟ ਹੈ ਇਫ ਵੀ ਵਾਂਟ ਟੂ ਪ੍ਰੋਟੈਕਟ ਦਾ ਇਨਵਾਇਰਮੈਂਟ, ਜੇਕਰ ਆਪਾਂ ਇਨਵਾਇਰਮੈਂਟ ਨੂੰ ਪ੍ਰੋਟੈਕਟ ਕਰਨਾ ਹੈ, ਡੈਸ਼ ਇਜ਼ ਅ ਪਾਵਰਫੁਲ ਵੇ, ਤਾਂ ਕਿਹੜਾ ਪਾਵਰਫੁਲ ਵੇ ਹੈ
ਚਾਰ ਆਪਸ਼ਨਸ ਦੇ ਵਿੱਚੋਂ ਵੇਖਾਂਗੇ ਵੇਸਟ ਮੈਨੇਜਮੈਂਟ, ਵਾਟਰ ਮੈਨੇਜਮੈਂਟ, ਕਲੀਨਲੀਨੈਸ, ਟੈਰਿਸ ਫਾਰਮਿੰਗ। ਨੈਕਸਟ ਹੈ ਮੈਸਿਵ ਅਟੈਂਸ਼ਨ ਸ਼ੁੱਡ ਬੀ ਗਿਵਨ ਟੂ, ਸਭ ਤੋਂ ਜ਼ਿਆਦਾ ਧਿਆਨ ਕਿੱਧਰ ਦਿੱਤਾ ਜਾਣਾ ਚਾਹੀਦਾ ਹੈ? ਅਮਾਊਂਟ ਆਫ ਆਕਸੀਜਨ, ਕੰਟਰੋਲ ਆਫ ਲੈਂਡਸਲਾਈਡਸ, ਪਲਾਂਟਿੰਗ ਟਰੀਜ਼ ਜਾਂ ਡੀਫੋਰੈਸਟ੍ਰੇਸ਼ਨ। ਨੈਕਸਟ ਹੈ ਡੈਸ਼ ਆਰ ਦਾ ਕਾਜ਼ਜ਼ ਆਫ ਏਅਰ ਪੋਲਿਊਸ਼ਨ। ਏਅਰ ਪੋਲਿਊਸ਼ਨ ਦੇ ਕਾਜ਼ਜ਼ ਕਿਹੜੇ ਹੈ? ਦੈਟ ਕਮ ਫਰੋਮ ਇੰਡਸਟਰੀਜ਼ ਐਂਡ ਵਹੀਕਲਸ, ਜਿਹੜੇ ਕਿ ਇੰਡਸਟਰੀ ਤੋਂ ਤੇ ਸਾਡੇ ਜਿਹੜੇ ਵਹੀਕਲਸ ਆ ਉਹਨਾਂ ਤੋਂ ਆਉਂਦੇ ਆ, ਜਿਨ੍ਹਾਂ ਦੇ ਨਾਲ ਏਅਰ ਪੋਲਿਊਸ਼ਨ ਹੁੰਦੀ ਹੈ। ਚਾਰ ਆਪਸ਼ਨ ਸਮੋਕ, ਡਸਟ, ਹਾਰਮਫੁਲ ਗੈਸਿਸ ਜਾਂ ਸਾਰੇ ਹੀ। ਨੈਕਸਟ ਹੈ ਗਰੋਇੰਗ ਮੋਰ ਟਰੀਜ਼ ਮੀਨਸ, ਜ਼ਿਆਦਾ ਪੇੜ ਲਗਾਉਣ ਦਾ ਕੀ ਮਤਲਬ ਹੈ? ਰਿਡਿਊਸਡ ਅਮਾਊਂਟ ਆਫ ਆਕਸੀਜਨ ਜਾਂ ਬੈਟਰ ਲਾਈਫ ਕੁਆਲਿਟੀ ਜਾਂ ਬੈਡ ਫਿਊਚਰ ਜਾਂ ਨੋ ਸਪੇਸ ਫॉर ਹਾਊਸਿਸ। ਨੈਕਸਟ ਹੈ ਗਿਵ 3 ਵੇਜ਼ ਵਿਦ ਵਿਚ ਵੀ ਕੈਨ ਸੇਵ ਅਵਰ ਇਨਵਾਇਰਮੈਂਟ। 3 ਤਰੀਕੇ ਦੱਸਣੇ ਆ ਜਿਸ ਨਾਲ ਅਸੀਂ ਆਪਣਾ ਇਨਵਾਇਰਮੈਂਟ ਬਚਾ ਸਕੀਏ। ਨੈਕਸਟ ਹੈ ਡੈਸ਼ ਐਂਡ ਯੂਜ਼ਿੰਗ ਡੈਸ਼ ਆਰ ਸਮ ਵੇਜ਼ ਟੂ ਕੰਜ਼ਰਵ ਦਾ ਸੋਇਲ। ਸਾਡੀ ਜ਼ਮੀਨ ਨੂੰ ਬਚਾਉਣ ਦੇ ਕਿਹੜੇ ਕਿਹੜੇ ਵੇਜ਼ ਹੈਗੇ ਆ, ਉਹ ਆਪਾਂ ਇਹਦੇ ਵਿੱਚੋਂ ਪੈਸੇਜ ਦੇ ਵਿੱਚੋਂ ਵੇਖ ਕੇ ਦੱਸਣੇ ਹੈ। ਨੈਕਸਟ ਹੈ ਦ ਗਵਰਨਮੈਂਟ ਮਸਟ ਇਨਸ਼ੋਰ ਦਾ ਕਲੀਨਿੰਗ ਆਫ ਸਟਰੀਟਸ ਐਂਡ ਅਦਰ ਪੋਲਿਊਟਡ ਲੈਂਡ ਏਰੀਆਜ਼। ਗੌਰਮੈਂਟ ਨੂੰ ਜੋ ਵੀ ਦੂਸ਼ਿਤ ਸਾਡਾ ਲੈਂਡ ਏਰੀਆ ਹੈ ਅਤੇ ਗਲੀਆਂ ਦੀ ਸਫਾਈ ਹੈ ਉਸ ਨੂੰ ਜ਼ਰੂਰ ਇਨਸ਼ੋਰ ਕਰਨਾ ਚਾਹੀਦਾ ਹੈ, ਯਕੀਨੀ ਬਣਾਉਣਾ ਚਾਹੀਦਾ। ਆਪਾਂ ਇਹ ਦੱਸਣਾ ਹੈ ਕਿ ਟਰੂ ਹੈ ਜਾਂ ਫਾਲਸ ਹੈ। ਨੈਕਸਟ ਹੈਗਾ ਮੈਚ ਦ ਵਰਡਸ ਇਨ ਕਾਲਮ ਏ ਵਿਦ ਦੇਅਰ ਮੀਨਿੰਗ ਇਨ ਕਾਲਮ ਬੀ। ਕੰਜ਼ਰਵੇਸ਼ਨ ਦਾ ਮੀਨਿੰਗ ਆਪਾਂ ਦੇਖਣਾ ਕੀ ਇਹਨਾਂ 'ਚੋਂ ਪਲਾਂਟੇਸ਼ਨ ਜਾਂ ਪ੍ਰੋਟੈਕਸ਼ਨ ਜਾਂ ਦਾ ਰਿਮੂਵਲ ਆਫ ਟਰੀਜ਼। ਇਸੇ ਤਰ੍ਹਾਂ ਡੀਫੋਰਸਟ੍ਰੇਸ਼ਨ ਦਾ ਮੀਨਿੰਗ ਆਪਾਂ ਇੱਧਰੋਂ ਮੈਚ ਕਰਨਾ। ਸੋ ਇਸ ਤਰ੍ਹਾਂ ਆਪਾਂ ਸਾਰੇ ਕੁਐਸਚਨ ਪੜ੍ਹ ਲਏ ਹੈ ਅਤੇ ਹੁਣ ਆਪਾਂ ਇਸ ਦਾ ਪੈਸੇਜ ਰੀਡ ਕਰਾਂਗੇ ਅਤੇ ਅਸੀਂ ਫੋਕਸ ਕਰਾਂਗੇ ਕਿ ਜਿਹੜੇ ਅਸੀਂ ਕੁਐਸਚਨ ਪੜ੍ਹੇ ਹੈ ਉਹਨਾਂ ਦੇ ਆਨਸਰਸ ਅਸੀਂ ਈਜ਼ਲੀ ਦੇਖ ਸਕੀਏ। ਸੋ ਆਪਾਂ ਹੁਣ ਪੈਸੇਜ ਪੜ੍ਹਦੇ ਹਾਂ। ਫਸਟ ਆਫ ਆਲ ਪਲਾਂਟਿੰਗ ਟਰੀਜ਼ ਸ਼ੁੱਡ ਬੀ ਗਿਵਨ ਮੈਸਿਵ ਅਟੈਂਸ਼ਨ। ਸਭ ਤੋਂ ਪਹਿਲਾਂ ਵੱਧ ਤੋਂ ਵੱਧ ਧਿਆਨ ਪੇੜ ਲਗਾਉਣ ਵੱਲ ਦਿੱਤਾ ਜਾਣਾ ਚਾਹੀਦਾ ਹੈ। ਤਾਂ ਆਪਣਾ ਇੱਕ ਕੁਐਸਚਨ ਵੀ ਆਇਆ ਸੀ, ਦੈਟ ਇਜ਼ ਕੁਐਸਚਨ ਨੰਬਰ 4, ਮੈਸਿਵ ਅਟੈਂਸ਼ਨ ਸ਼ੁੱਡ ਬੀ ਗਿਵਨ ਟੂ, ਵੱਧ ਤੋਂ ਵੱਧ ਧਿਆਨ ਕਿੱਧਰ ਦਿੱਤਾ ਜਾਣਾ ਚਾਹੀਦਾ ਹੈ? ਅਮਾਊਂਟ ਆਫ ਆਕਸੀਜਨ, ਕੰਟਰੋਲ ਆਫ ਲੈਂਡਸਲਾਈਡਸ ਤੇ ਪਲਾਂਟਿੰਗ ਟਰੀਜ਼, ਡੀਫੋਰੈਸਟ੍ਰੇਸ਼ਨ। ਤਾਂ ਆਪਣਾ ਆਨਸਰ ਆਪਾਂ ਨੂੰ ਮਿਲ ਚੁੱਕਿਆ ਹੈ ਪਲਾਂਟਿੰਗ ਟਰੀਜ਼। ਦਰਖਤ ਲਗਾਉਣ ਵੱਲ ਵੱਧ ਤੋਂ ਵੱਧ ਧਿਆਨ ਦਿੱਤੇ ਜਾਣਾ ਚਾਹੀਦਾ ਹੈ। ਅਬਵ ਆਲ ਅ ਟਰੀ ਇਜ਼ ਦ ਸੋਰਸ ਆਫ ਆਕਸੀਜਨ। ਸਭ ਤੋਂ ਵੱਧ ਜਿਹੜੇ ਦਰਖਤ ਹੈਗੇ ਆ ਉਹ ਆਕਸੀਜਨ ਦਾ ਸੋਮਾ ਹੈ। ਅਨਫਾਰਚੂਨੇਟਲੀ ਬਦਕਿਸਮਤੀ ਨਾਲ ਡਿਊ ਟੂ ਕੰਸਟਰਕਸ਼ਨ ਦੀ ਵਜ੍ਹਾ ਨਾਲ, ਉਸਾਰੀ ਦੀ ਵਜ੍ਹਾ ਨਾਲ ਮੈਨੀ ਟਰੀਜ਼ ਹੈਵ ਬੀਨ ਕੱਟ ਡਾਊਨ, ਬਹੁਤ ਸਾਰੇ ਦਰਖਤ ਕੱਟੇ ਜਾ ਚੁੱਕੇ ਹੈ। ਦਿਸ ਸਰਟਨਲੀ ਰਿਡਿਊਸਿਸ ਦਾ ਅਮਾਊਂਟ ਆਫ ਆਕਸੀਜਨ ਇਨ ਦਾ ਇਨਵਾਇਰਮੈਂਟ। ਇਹ ਯਕੀਨਨ ਹੀ ਇਨਵਾਇਰਮੈਂਟ ਦੇ ਵਿੱਚ ਆਕਸੀਜਨ ਦੀ ਮਾਤਰਾ ਨੂੰ ਘਟਾ ਦਿੰਦੇ ਹੈ। ਹੁਣ ਤੱਕ ਆਪਾਂ ਪੈਸੇਜ ਦੇ ਵਿੱਚ ਕੀ ਦੇਖਿਆ ਕਿ ਇਨਵਾਇਰਮੈਂਟ ਦੇ ਵਿੱਚ ਆਕਸੀਜਨ ਦੀ ਮਾਤਰਾ ਕਾਹਦੇ ਨਾਲ ਘਟੀ ਹੈ? ਦਰਖਤ ਕੱਟਣ ਦੇ ਨਾਲ ਘਟੀ ਹੈ। ਗਰੋਇੰਗ ਮੋਰ ਟਰੀਜ਼ ਮੀਨਸ ਮੋਰ ਆਕਸੀਜਨ। ਵੱਧ ਪੇੜ ਲਗਾਉਣ ਦਾ ਮਤਲਬ ਵੱਧ ਆਕਸੀਜਨ, ਹੈਂਸ ਗਰੋਇੰਗ ਮੋਰ ਟਰੀਜ਼ ਵੁੱਡ ਮੀਨ ਬੈਟਰ ਲਾਈਫ ਕੁਆਲਿਟੀ। ਇਸ ਲਈ ਵੱਧ ਪੇੜ ਲਗਾਉਣ ਦਾ ਮਤਲਬ ਸਾਡੀ ਜ਼ਿੰਦਗੀ ਦੀ ਜਿਹੜੀ ਕੁਆਲਿਟੀ ਹੈ, ਉਸ ਦੀ ਜਿਹੜੀ ਗੁਣਵੱਤਾ ਹੈ ਉਹ ਬੈਟਰ ਹੁੰਦੀ ਹੈ। ਸਿਮਿਲਰਲੀ ਪੀਪਲ ਮਸਟ ਗਿਵ ਅਟੈਂਸ਼ਨ ਟੂ ਫੋਰੈਸਟ ਕੰਜ਼ਰਵੇਸ਼ਨ। ਇਸੇ ਤਰ੍ਹਾਂ ਲੋਕਾਂ ਨੂੰ ਜੰਗਲਾਂ ਦੀ ਸੰਭਾਲ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਫੋਰੈਸਟਸ ਆਰ ਵਾਈਟਲ ਫॉर ਦਾ ਇਨਵਾਇਰਮੈਂਟ। ਵਾਤਾਵਰਨ ਦੇ ਲਈ ਜੰਗਲ ਬਹੁਤ ਹੀ ਇੰਪੋਰਟੈਂਟ ਹਨ। ਹਾਊਐਵਰ ਡੀਫੋਰਸਟ੍ਰੇਸ਼ਨ ਸਰਟਨਲੀ ਰਿਡਿਊਸਿਸ ਦਾ ਏਰੀਆ ਆਫ ਫੋਰੈਸਟ ਅਰਾਊਂਡ ਦਾ ਵਰਲਡ। ਜੰਗਲਾਂ ਦੀ ਕਟਾਈ ਹੈ ਜਿਹੜੀ ਉਹ ਯਕੀਨਨ ਹੀ ਇਸ ਸੰਸਾਰ ਦੇ ਵਿੱਚ ਜੰਗਲਾਂ ਦੇ ਏਰੀਏ ਨੂੰ ਘਟਾ ਦਿੰਦੀ ਹੈ, ਰਿਡਿਊਸ ਕਰ ਦਿੰਦੀ ਹੈ। ਦ ਗਵਰਨਮੈਂਟ ਮਸਟ ਲਾਂਚ ਪ੍ਰੋਗਰਾਮਸ ਟੂ ਕੰਜ਼ਰਵ ਦਾ ਫੋਰੈਸਟ। ਜੰਗਲਾਂ ਨੂੰ ਬਚਾਉਣ ਦੇ ਲਈ ਸਰਕਾਰ ਨੂੰ ਜ਼ਰੂਰ ਹੀ ਕੋਈ ਪ੍ਰੋਗਰਾਮ ਬਣਾਉਣੇ ਚਾਹੀਦੇ ਹੈ। ਦ ਗਵਰਨਮੈਂਟ ਮਸਟ ਮੇਕ ਹਾਰਮਿੰਗ ਫੋਰੈਸਟ ਅ ਕ੍ਰਿਮੀਨਲ ਆਫੈਂਸ। ਜੰਗਲਾਂ ਨੂੰ ਨੁਕਸਾਨ ਪਹੁੰਚਾਉਣਾ, ਜੇਕਰ ਕੋਈ ਜੰਗਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਨੂੰ ਅਪਰਾਧ ਬਣਾਵੇ। ਇਸ ਤਰ੍ਹਾਂ ਦੇ ਸਰਕਾਰ ਨੂੰ ਕਾਨੂੰਨ ਬਣਾਉਣੇ ਚਾਹੀਦੇ ਆ। ਸੋਇਲ ਕੰਜ਼ਰਵੇਸ਼ਨ ਇਜ਼ ਯੈਟ ਅਨਦਰ ਇੰਪੋਰਟੈਂਟ ਵੇ ਟੂ ਸੇਵ ਦਾ ਇਨਵਾਇਰਮੈਂਟ। ਇਨਵਾਇਰਮੈਂਟ ਨੂੰ ਬਚਾਉਣ ਦੇ ਲਈ ਧਰਤੀ ਦੀ ਸੰਭਾਲ ਇੱਕ ਹੋਰ ਇੰਪੋਰਟੈਂਟ ਤਰੀਕਾ ਹੈ। ਫॉर ਦਿਸ ਦੇਅਰ ਮਸਟ ਬੀ ਕੰਟਰੋਲ ਆਫ ਲੈਂਡਸਲਾਈਡਸ, ਫਲੱਡਸ ਐਂਡ ਸੋਇਲ ਇਰੋਜ਼ਨ। ਇਹਦੇ ਲਈ ਭੂਸਖਲਨ, ਹੜ੍ਹ ਅਤੇ ਭੂਮੀ ਖੋਰੀ ਇਹਨਾਂ ਦੇ ਉੱਪਰ ਕੰਟਰੋਲ ਹੋਣਾ ਚਾਹੀਦਾ ਹੈ।
Furthermore, there should also be afforestation and tree plantation to conserve the soil. ਇਸ ਤੋਂ ਇਲਾਵਾ ਧਰਤੀ ਨੂੰ ਬਚਾਉਣ ਦੇ ਲਈ, ਧਰਤੀ ਦੀ ਸੰਭਾਲ ਦੇ ਲਈ ਪੌਦੇ ਲਗਾਏ ਜਾਣੇ ਚਾਹੀਦੇ ਹੈ ਤੇ ਜੰਗਲ ਲਗਾਏ ਜਾਣੇ ਚਾਹੀਦੇ ਹੈ। ਆਲਸੋ ਟੈਰਿਸ ਫਾਰਮਿੰਗ ਐਂਡ ਯੂਜ਼ਿੰਗ ਨੈਚੁਰਲ ਫਰਟੀਲਾਈਜ਼ਰਸ ਆਰ ਸਮ ਮੋਰ ਵੇਜ਼। ਇਸ ਤੋਂ ਇਲਾਵਾ ਟੈਰਿਸ ਫਾਰਮਿੰਗ ਤੇ ਕੁਦਰਤੀ ਫਰਟੀਲਾਈਜ਼ਰਸ ਨੂੰ ਯੂਜ਼ ਕਰਨਾ ਉਹ ਵੀ ਕੁਝ ਹੋਰ ਤਰੀਕੇ ਹਨ। ਵੇਸਟ ਮੈਨੇਜਮੈਂਟ ਇਜ਼ ਏ ਪਾਵਰਫੁਲ ਵੇ ਆਫ ਪ੍ਰੋਟੈਕਟਿੰਗ ਦਾ ਇਨਵਾਇਰਮੈਂਟ। ਇਨਵਾਇਰਮੈਂਟ ਨੂੰ ਬਚਾਉਣ ਦੇ ਲਈ ਵੇਸਟ ਮੈਨੇਜਮੈਂਟ ਵੀ ਇੱਕ ਬਹੁਤ ਹੀ ਪਾਵਰਫੁਲ ਤਰੀਕਾ ਹੈ। ਦੇਅਰ ਮਸਟ ਬੀ ਪ੍ਰੋਪਰ ਡਿਸਪੋਜ਼ਲ ਆਫ ਵੇਸਟ। ਵੇਸਟ ਨੂੰ ਡਿਸਪੋਜ਼ ਆਫ ਕਰਨ ਦਾ ਇੱਕ ਪ੍ਰੋਪਰ ਤਰੀਕਾ ਹੋਣਾ ਚਾਹੀਦਾ ਹੈ, ਉਚਿਤ ਤਰੀਕਾ ਹੋਣਾ ਚਾਹੀਦਾ ਹੈ। ਮੋਸਟ ਨੋਟਵਰਦੀ ਦਿਸ ਵੁੱਡ ਹੈਲਪ ਟੂ ਕੀਪ ਦਾ ਸਰਾਊਂਡਿੰਗਸ ਹੈਲਦੀ। ਸਭ ਤੋਂ ਵੱਧ ਇਹਦੇ ਨਾਲ ਕੀ ਹੋਏਗਾ ਕਿ ਜਿਹੜਾ ਸਾਡਾ ਆਲਾ ਦੁਆਲਾ ਹੈ ਉਹ ਹੈਲਦੀ ਰਹੇਗਾ। ਦ ਗਵਰਨਮੈਂਟ ਮਸਟ ਇਨਸ਼ੋਰ to clean the streets and other polluted land areas। ਸਰਕਾਰ ਨੂੰ ਗਲੀਆਂ ਤੇ ਹੋਰ ਜਿਹੜਾ ਪੋਲਿਊਟਡ ਏਰੀਆ ਹੈ, ਦੂਸ਼ਿਤ ਏਰੀਆ ਹੈ ਜ਼ਮੀਨ ਦਾ, ਉਸ ਨੂੰ ਕਲੀਨ ਰੱਖਣ ਦੇ ਲਈ ਵਚਨਬੱਧ ਹੋਣਾ ਚਾਹੀਦਾ ਹੈ। ਫਰਦਰਮੋਰ ਦੇਅਰ ਸ਼ੁੱਡ ਬੀ ਟਾਇਲਟਸ ਇਨ ਐਵਰੀ ਹਾਊਸ। ਇਸ ਤੋਂ ਅੱਗੇ ਹਰ ਘਰ ਦੇ ਵਿੱਚ ਟਾਇਲਟਸ ਹੋਣੀਆਂ ਚਾਹੀਦੀਆਂ ਹੈ। ਆਲਸੋ ਦ ਗਵਰਨਮੈਂਟ ਮਸਟ ਪ੍ਰੋਵਾਈਡ ਇਨਫ ਪਬਲਿਕ ਟਾਇਲਟਸ। ਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਪਬਲਿਕ ਟਾਇਲਟਸ ਨੂੰ ਪ੍ਰੋਵਾਈਡ ਕਰੇ। ਪੋਲਿਊਸ਼ਨ ਇਜ਼ ਪ੍ਰੋਬੇਬਲੀ ਦ ਬਿਗੇਸਟ ਡੇਂਜਰ ਟੂ ਦਾ ਇਨਵਾਇਰਮੈਂਟ। ਇਨਵਾਇਰਮੈਂਟ ਲਈ ਸਭ ਤੋਂ ਵੱਡਾ ਖਤਰਾ ਸ਼ਾਇਦ ਪੋਲਿਊਸ਼ਨ ਹੈ। ਸਮੋਕ, ਡਸਟ ਐਂਡ ਹਾਰਮਫੁਲ ਗੈਸਿਸ ਕਾਜ਼ ਏਅਰ ਪੋਲਿਊਸ਼ਨ। ਧੂਆਂ, ਡਸਟ ਤੇ ਬਹੁਤ ਹੀ ਹਾਰਮਫੁਲ ਗੈਸਿਸ ਹੈ ਜਿਹੜੀਆਂ ਉਹ ਹਵਾ ਨੂੰ ਦੂਸ਼ਿਤ ਕਰਦੀਆਂ ਹੈ। These causes of air pollution come from industries and vehicles mostly। ਇਹ ਜਿਹੜੇ ਹਵਾ ਨੂੰ ਦੂਸ਼ਿਤ ਕਰਨ ਦੇ ਕਾਰਨ ਹੈ ਜ਼ਿਆਦਾ ਕਰਕੇ ਇੰਡਸਟਰੀ ਤੋਂ ਤੇ ਜਿੰਨਾ ਵੀ ਟਰਾਂਸਪੋਰਟ ਸਾਡਾ ਚੱਲਦਾ ਹੈ ਉਹਦੇ ਤੋਂ ਆਉਂਦੇ ਹੈ। ਫਰਦਰਮੋਰ ਕੈਮੀਕਲਸ ਐਂਡ ਪੈਸਟੀਸਾਈਡਸ ਕਾਜ਼ ਲੈਂਡ ਐਂਡ ਵਾਟਰ ਪੋਲਿਊਸ਼ਨ। ਤੇ ਇਸ ਤੋਂ ਅਗਲੀ ਗੱਲ ਹੈ ਜਿਹੜੀ ਉਹ ਕੈਮੀਕਲ ਤੇ ਜਿੰਨੀਆਂ ਵੀ ਅਸੀਂ ਰੇ ਸਪਰੇ ਵਗੈਰਾ ਵਰਤਦੇ ਹਾਂ ਉਹ ਸਾਡੀ ਜ਼ਮੀਨ ਨੂੰ ਤੇ ਸਾਡੇ ਪਾਣੀ ਨੂੰ ਵੀ ਦੂਸ਼ਿਤ ਕਰਦੀਆਂ। ਹੁਣ ਜੇਕਰ ਆਪਾਂ ਇਸ ਪੂਰੇ ਪੈਸੇਜ ਦੀ ਅੰਡਰਸਟੈਂਡਿੰਗ ਦੀ ਗੱਲ ਕਰੀਏ ਤਾਂ ਆਪਾਂ ਕੀ ਦੇਖਦੇ ਹਾਂ ਕਿ ਜਿਹੜੀਆਂ ਪਹਿਲੀਆਂ 4 ਲਾਈਨਾਂ ਪਹਿਲੇ ਪੈਰੇ ਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਕਿ ਟਰੀਜ਼ ਹੈ ਜਿਹੜੇ ਉਹ ਆਕਸੀਜਨ ਦਾ ਮੇਨ ਸੋਰਸ ਹੈ। ਅਗਲੀਆਂ 4 ਲਾਈਨਾਂ ਦੇ ਵਿੱਚ ਅਗਲੇ ਪੈਰੇ ਦੇ ਵਿੱਚ ਸਾਨੂੰ ਇਹ ਪਤਾ ਲੱਗਿਆ ਕਿ ਜੰਗਲਾਂ ਨੂੰ ਬਚਾਉਣਾ ਕਿਵੇਂ ਹੈ ਤੇ ਜੰਗਲਾਂ ਨੂੰ ਬਚਾਉਣ ਵਾਸਤੇ ਸਰਕਾਰ ਨੂੰ ਕੋਈ ਨਾ ਕੋਈ ਕਾਨੂੰਨ ਬਣਾ ਦੇਣੇ ਚਾਹੀਦੇ ਕਿ ਜੇਕਰ ਕੋਈ ਜੰਗਲਾਂ ਦੀ ਕਟਾਈ ਕਰਦਾ ਤਾਂ ਉਹ ਇੱਕ ਅਪਰਾਧ ਹੈ। ਜੰਗਲਾਂ ਨੂੰ ਬਚਾਉਣ ਬਾਰੇ ਦੱਸਿਆ ਗਿਆ ਹੈ। ਤੀਸਰੇ ਪੈਰੇ ਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਹੈ ਕਿ ਇਨਵਾਇਰਮੈਂਟ ਨੂੰ ਬਚਾਉਣ ਵਾਸਤੇ ਆਪਾਂ ਸੋਇਲ ਕੰਜ਼ਰਵੇਸ਼ਨ ਕਿਵੇਂ ਕਰਨੀ ਹੈ। ਸੋਇਲ ਕੰਜ਼ਰਵੇਸ਼ਨ ਦੇ ਵੱਖਰੇ ਵੱਖਰੇ ਤਰੀਕੇ ਦੱਸੇ ਹੈਗੇ ਹੈ ਕਿ ਆਪਾਂ ਪਲਾਂਟਸ ਲਗਾਉਣੇ ਹੈ, ਟੈਰਿਸ ਫਾਰਮਿੰਗ ਕਰਨੀ ਹੈ ਜਾਂ ਨੈਚੁਰਲ ਫਰਟੀਲਾਈਜ਼ਰਸ ਦਾ ਯੂਜ਼ ਕਰਨਾ ਹੈ। ਲਾਸਟ ਵਾਲੇ ਪੈਰਾਗ੍ਰਾਫ ਦੇ ਵਿੱਚ ਸਾਨੂੰ ਇਹ ਦੱਸਿਆ ਕਿ ਇਨਵਾਇਰਮੈਂਟ ਨੂੰ ਪ੍ਰੋਟੈਕਟ ਕਰਨ ਦੇ ਲਈ ਪਾਵਰਫੁਲ ਤਰੀਕਾ ਜਿਹੜਾ ਉਹ ਵੇਸਟ ਮੈਨੇਜਮੈਂਟ ਹੈ। ਲਾਸਟ ਵਾਲੇ ਪੈਰੇ ਦੇ ਵਿੱਚ ਸਾਨੂੰ ਇਹ ਦੱਸਿਆ ਕਿ ਇਨਵਾਇਰਮੈਂਟ ਦੇ ਲਈ ਬਿਗੇਸਟ ਡੇਂਜਰ ਪੋਲਿਊਸ਼ਨ ਹੈ। ਪੋਲਿਊਸ਼ਨ ਉਹ ਇੱਕ ਤਾਂ 에ਅਰ ਪੋਲਿਊਸ਼ਨ ਹੈ ਤੇ ਦੂਸਰਾ ਲੈਂਡ ਐਂਡ ਵਾਟਰ ਪੋਲਿਊਸ਼ਨ ਹੈ। ਇਹਦੇ ਰੀਜ਼ਨਸ ਵੀ ਸਾਨੂੰ ਦੱਸੇ ਗਏ ਹੈ ਤੇ ਹੁਣ ਆਪਾਂ ਕੁਐਸਚਨਸ ਦੇ ਆਨਸਰ ਟਰਾਈ ਕਰਦੇ ਹਾਂ। Question number 1 certainly reduces the area of forests around the world। ਉਹ ਕਿਹੜੀ ਚੀਜ਼ ਹੈ ਜਿਹੜੀ ਦੁਨੀਆ ਦੇ ਵਿੱਚ ਫੋਰੈਸਟਸ ਦੇ ਏਰੀਏ ਨੂੰ ਰਿਡਿਊਸ ਕਰ ਰਹੀ ਹੈ, ਘਟਾ ਰਹੀ ਹੈ? ਤਾਂ ਆਪਾਂ ਨੂੰ 4 ਆਪਸ਼ਨਸ ਦਿੱਤੀਆਂ, ਪਲਾਂਟੇਸ਼ਨ, ਕੰਜ਼ਰਵੇਸ਼ਨ, ਫੋਰੈਸਟ੍ਰੇਸ਼ਨ ਤੇ ਡੀਫੋਰੈਸਟ੍ਰੇਸ਼ਨ। ਤਾਂ ਆਪਣਾ ਜਿਹੜਾ ਆਨਸਰ ਪਿਆ ਹੋਇਆ ਹੈ ਉਹ ਸੈਕਿੰਡ ਪੈਰੇ ਦੇ ਵਿੱਚ ਪਿਆ, ਡੀਫੋਰੈਸਟ੍ਰੇਸ਼ਨ certainly reduces the area of forests around the world। ਸੋ ਆਪਣਾ ਆਨਸਰ ਹੈ deforestation। Number 2 dash is the biggest danger to the environment। environment ਨੂੰ ਸਭ ਤੋਂ ਵੱਡਾ ਡੇਂਜਰ ਕਿਹੜਾ ਹੈ? ਸਮੋਕ, ਪੋਲਿਊਸ਼ਨ, ਹਾਰਮਫੁਲ ਗੈਸਿਸ ਤੇ ਡਸਟ। ਆਪਾਂ ਇੱਥੇ ਅੱਗੇ ਪੜ੍ਹਿਆ ਸੀਗਾ ਕਿ ਲਾਸਟ ਪੈਰੇ ਦੇ ਵਿੱਚ ਪੋਲਿਊਸ਼ਨ is the biggest danger to the environment। if we want to protect the environment dash is a powerful way। ਜੇਕਰ ਅਸੀਂ ਇਨਵਾਇਰਮੈਂਟ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਕਿਹੜਾ ਸਭ ਤੋਂ ਪਾਵਰਫੁਲ ਤਰੀਕਾ ਹੈ? ਤਾਂ ਆਪਣਾ ਆਇਆ ਸੀ ਵੇਸਟ ਮੈਨੇਜਮੈਂਟ ਇਜ਼ ਏ ਪਾਵਰਫੁਲ ਵੇ। ਤਾਂ 4 ਆਪਸ਼ਨਸ ਦੇ ਵਿੱਚੋਂ ਅਸੀਂ ਵੇਸਟ ਮੈਨੇਜਮੈਂਟ ਨੂੰ ਰਾਈਟ ਆਪਸ਼ਨ ਚੂਜ਼ ਕਰ ਲਾਂਗੇ। ਨੰਬਰ 4 ਮੈਸਿਵ ਅਟੈਂਸ਼ਨ ਸ਼ੁੱਡ ਬੀ ਗਿਵਨ ਟੂ। 4 ਆਪਸ਼ਨਸ ਦੇ ਵਿੱਚੋਂ ਆਲਰੇਡੀ ਅਸੀਂ ਇਹ ਡਿਸਕਸ ਕਰ ਚੁੱਕੇ ਹਾਂ।
ਪਲਾਂਟਿੰਗ ਟਰੀਜ਼ ਹੈ ਜਿਹੜਾ ਕਿ ਪੈਰੇ ਦੀ ਵੈਰੀ ਫਸਟ ਲਾਈਨ ਦੇ ਵਿੱਚ ਹੀ ਪਿਆ ਹੋਇਆ ਹੈ। ਪਲਾਂਟਿੰਗ ਟਰੀਜ਼ ਸ਼ੁੱਡ ਬੀ ਗਿਵਨ ਮੈਸਿਵ ਅਟੈਂਸ਼ਨ। 5 ਡੈਸ਼ ਆਰ ਦ ਕਾਜ਼ਜ਼ ਆਫ 에ਅਰ ਪੋਲਿਊਸ਼ਨ ਦੈਟ ਕਮ ਫਰੋਮ ਇੰਡਸਟਰੀਜ਼ ਐਂਡ ਵਹੀਕਲਸ। 에ਅਰ ਪੋਲਿਊਸ਼ਨ ਦੇ ਕਿਹੜੇ ਕਾਰਨ ਹੈ ਜਿਹੜੇ ਕਿ ਇੰਡਸਟਰੀ ਤੇ ਵਹੀਕਲਸ ਤੋਂ ਆਉਂਦੇ ਹੈ। 에ਅਰ ਪੋਲਿਊਟ ਕਿਵੇਂ ਹੁੰਦੀ ਹੈ, ਹਵਾ ਕਿਵੇਂ ਦੂਸ਼ਿਤ ਹੁੰਦੀ ਹੈ, ਤਾਂ ਆਪਾਂ ਪੜ੍ਹਿਆ ਸੀਗਾ ਕਿ ਸਮੋਕ, ਡਸਟ ਤੇ ਹਾਰਮਫੁਲ ਗੈਸਿਸ ਇਹ ਸਾਰੀਆਂ ਹੀ ਹੈ ਜੀ ਕਾਜ਼ 에ਅਰ ਪੋਲਿਊਸ਼ਨ। ਸੋ ਆਪਣਾ ਆਨਸਰ ਹੈ ਆਲ ਦਾ ਅਬਵ। ਨੈਕਸਟ ਹੈ ਗਰੋਇੰਗ ਮੋਰ ਟਰੀਜ਼ ਮੀਨਸ ਜ਼ਿਆਦਾ ਦਰਖਤ ਲਗਾਉਣ ਦਾ ਕੀ ਮਤਲਬ ਹੈ? ਰਿਡਿਊਸਡ ਅਮਾਊਂਟ ਆਫ ਆਕਸੀਜਨ, ਆਕਸੀਜਨ ਦਾ ਘਟਣਾ, ਬੈਟਰ ਲਾਈਫ ਕੁਆਲਿਟੀ, ਬੈਡ ਫਿਊਚਰ, ਨੋ ਸਪੇਸ ਫॉर ਹਾਊਸਿਸ। ਤਾਂ ਆਪਣਾ ਇੱਥੇ ਰਾਈਟ ਆਪਸ਼ਨ ਹੈ ਜ਼ਿਆਦਾ ਦਰਖਤ ਲਗਾਵਾਂਗੇ ਤੇ ਸਾਡੀ ਜ਼ਿੰਦਗੀ ਦੀ ਗੁਣਵੱਤਾ ਅੱਛੀ ਹੋਏਗੀ, ਬੈਟਰ ਲਾਈਫ ਕੁਆਲਿਟੀ, ਜਿਹੜੀ ਕਿ ਅਸੀਂ ਉੱਪਰ ਫਸਟ ਪੈਰੇ ਦੇ ਵਿੱਚ ਪੜ੍ਹ ਚੁੱਕੇ ਹਾਂ। ਡੀਅਰ ਸਟੂਡੈਂਟਸ, ਕੁਐਸਚਨ ਨੰਬਰ 3 ਦੇ ਵਿੱਚ ਆਨਸਰ ਮੈਂ ਵੇਸਟ ਮੈਨੇਜਮੈਂਟ ਹੀ ਬੋਲਿਆ ਸੀ, ਲੇਕਿਨ ਮੈਂ ਇਹਦੀ ਐਂਡ ਤੇ ਟਿਕ ਲਗਾਈ ਸੀ ਜਿਹੜੀ ਕਿ B ਦਿਖਾ ਰਹੀ ਸੀ, ਇਸ ਕਰਕੇ ਮੈਂ ਉਹਨੂੰ ਕੱਟ ਦਿੱਤਾ, ਇਹਦੇ ਉੱਪਰ ਆਪਸ਼ਨ ਲਗਾ ਦਿੱਤੀ ਹੈ। ਨੰਬਰ 7 ਗਿਵ 3 ਵੇਜ਼ ਵਿਦ ਵਿਚ ਵੀ ਕੈਨ ਸੇਵ ਆਵਰ ਇਨਵਾਇਰਮੈਂਟ। 3 ਤਰੀਕੇ ਦੱਸਣੇ ਆ ਜਿਨ੍ਹਾਂ ਦੇ ਨਾਲ ਅਸੀਂ ਆਪਣਾ ਇਨਵਾਇਰਮੈਂਟ ਬਚਾ ਸਕੀਏ। ਸੋ ਪਹਿਲੇ ਦੇ ਵਿੱਚ ਆਪਾਂ ਦੇਖਿਆ ਸੀਗਾ, ਪਹਿਲੇ ਪੈਰੇ ਦੇ ਵਿੱਚ ਪਲਾਂਟਿੰਗ ਟਰੀਜ਼ ਹੈ, ਨੰਬਰ 2 ਤੇ ਹੈਗਾ ਸੋਇਲ ਕੰਜ਼ਰਵੇਸ਼ਨ ਤੇ ਨੰਬਰ 3 ਤੇ ਹੈਗਾ ਜੀ ਵੇਸਟ ਮੈਨੇਜਮੈਂਟ। ਨੰਬਰ 8 ਡੈਸ਼ ਐਂਡ ਯੂਜ਼ਿੰਗ ਡੈਸ਼ ਆਰ ਸਮ ਵੇਜ਼ ਟੂ ਕੰਜ਼ਰਵ ਦਾ ਸੋਇਲ। ਤਾਂ ਸੋਇਲ ਨੂੰ ਕੰਜ਼ਰਵ ਕਰਨ ਦੇ ਵੱਖਰੇ ਆਪਾਂ ਤਰੀਕੇ ਦੱਸਣੇ ਹੈਗੇ, ਕਿਹੜੇ ਹੈ। ਤਾਂ ਇਸ ਵਿੱਚ ਆਪਣੇ ਕੋਲ ਆਇਆ ਸੀਗਾ, ਇੱਕ ਤਾਂ ਹੈਗਾ ਟਰੀ ਪਲਾਂਟੇਸ਼ਨ, ਦੂਸਰਾ ਹੈਗਾ ਟੈਰਿਸ ਫਾਰਮਿੰਗ ਤੇ ਤੀਸਰਾ ਹੈਗਾ ਨੈਚੁਰਲ ਫਰਟੀਲਾਈਜ਼ਰਸ। ਤੁਸੀਂ ਇਹਨਾਂ ਦੇ ਵਿੱਚੋਂ ਕੋਈ 2 ਲਿਖ ਸਕਦੇ ਹੋ, ਟਰੀ ਪਲਾਂਟੇਸ਼ਨ ਐਂਡ ਟੈਰਿਸ ਫਾਰਮਿੰਗ ਵੀ ਲਿਖ ਸਕਦੇ ਹੋ, ਜਾਂ ਆ ਤੇ ਆ 2 ਤਿੰਨਾਂ ਵਿੱਚੋਂ ਕੋਈ 2 ਲਿਖ ਸਕਦੇ ਹੋ। The government must ensure the cleaning of streets and other polluted land areas. ਸਰਕਾਰ ਨੂੰ ਚਾਹੀਦਾ ਹੈ ਕਿ ਜੋ ਦੂਸ਼ਿਤ ਜ਼ਮੀਨ ਹੈ ਉਹ ਤੇ ਗਲੀਆਂ ਦੀ ਸਫਾਈ ਨੂੰ ਯਕੀਨੀ ਬਣਾਵੇ। ਇਹ ਆਪਾਂ ਦੱਸਣਾ ਕਿ ਟਰੂ ਹੈ ਕਿ ਫਾਲਸ ਹੈ? ਬਿਲਕੁਲ ਟਰੂ ਹੈ, ਇਹੀ ਆਪਾਂ ਚਾਹੁੰਦੇ ਹਾਂ। ਇਹ ਮੈਚ ਦਾ ਕਾਲਮਸ, ਕਾਲਮ A ਤੇ ਕਾਲਮ B 'ਚ ਵਰਡਸ ਦਿੱਤੇ ਹੈ। ਕੰਜ਼ਰਵੇਸ਼ਨ ਹੁੰਦਾ ਸੰਭਾਲਣਾ ਤੇ ਡੀਫਰੋਸਟ੍ਰੇਸ਼ਨ ਹੁੰਦਾ ਹੈ ਦਰਖਤਾਂ ਦੀ ਕਟਾਈ। ਤਾਂ ਆਪਾਂ ਕੰਜ਼ਰਵੇਸ਼ਨ ਨੂੰ ਪ੍ਰੋਟੈਕਸ਼ਨ ਦੇ ਨਾਲ ਮੈਚ ਕਰਾਂਗੇ ਤੇ ਡੀਫੋਰਸਟ੍ਰੇਸ਼ਨ ਨੂੰ ਰਿਮੂਵਲ ਆਫ ਟਰੀਜ਼ ਦੇ ਨਾਲ ਮੈਚ ਕਰਾਂਗੇ। ਫਿਰ ਸਟੂਡੈਂਟਸ, ਅਗਰ ਤੁਹਾਨੂੰ ਵੀਡੀਓ ਯੂਜ਼ਫੁਲ ਲੱਗਦੀ ਹੈ ਤਾਂ ਇਸ ਨੂੰ ਆਪਣੇ ਸਾਥੀਆਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਕਿ ਉਹ ਵੀ ਇਹਨਾਂ ਵੀਡੀਓਜ਼ ਦਾ ਫਾਇਦਾ ਲੈ ਸਕਣ। ਥੈਂਕ ਯੂ, ਹੈਵ ਅ ਨਾਈਸ ਡੇ।